ਪੰਥਕ ਸੇਵਾ ਜਥਾ ਦਵਾਬਾ ਵੱਲੋਂ ਕਿਸਾਨ ਮਾਮਲਿਆਂ ਨੂੰ ਲੈ ਕੇ ਵਿਚਾਰ ਗੋਸ਼ਟੀ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਬੰਗਾ ਦੇ ਹਾਲ ਵਿੱਚ ਕਰਵਾਈ ਗਈ, ਜਿਸ ਵਿੱਚ 3 ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਤੇ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ SGPC ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਲੜਾਈ ਆਪ ਲੜਨੀ ਪਵੇਗੀ, ਰਵਾਇਤੀ ਪਾਰਟੀਆਂ ਨੇ ਕੁਝ ਨਹੀਂ ਕਰਨਾ। ਇਸ ਇਕੱਠ ਵਿੱਚ ਮਨਧੀਰ ਸਿੰਘ ਗੜੀ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਫੈਸਲੇ ਕਿਸਾਨਾਂ ਦੇ ਹੱਕ ਵਿੱਚ ਘੱਟ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਜ਼ਿਆਦਾ ਜਾਂਦੇ ਦਿਖਾਈ ਦਿੰਦੇ ਨੇ। ਅੱਜ ਦੀ ਵਿਚਾਰ ਗੋਸ਼ਟੀ ਵਿੱਚ ਕਾਫੀ ਕੁਝ ਮਾਮਲੇ ਨਿਕਲ ਕੇ ਸਾਹਮਣੇ ਆਏ। ਇਸ ਉਪਰੰਤ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਵਿਚਾਰ ਚਰਚਾ ਕਿਸਾਨਾਂ ਦੀ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਕੀਤੀ ਜਾਵੇਗੀ। ਇਸ ਮੌਕੇ ਮਹਿੰਦਰ ਸਿੰਘ ਹੁਸੈਨਪੁਰ ਟਕਸਾਲੀ ਦਲ, ਦਲਜੀਤ ਸਿੰਘ ਮੋੜਾ, ਮਨਜੀਤ ਸਿੰਘ ਬੰਬ ਰਸੂਲਪੁਰ, ਉੱਘੇ ਖੇਤੀ ਵਿਗਿਆਨੀ ਮਹਿੰਦਰ ਸਿੰਘ ਦੁਸਾਂਝ ਜਗਤਪੁਰ, ਗੁਰਸ਼ੰਤ ਸਿੰਘ ਮੰਨਾ ਮੁਕੰਦਪੁਰ, ਭਾਈ ਅਵਤਾਰ ਸਿੰਘ ਤਾਰਾ ਜਗਤਪੁਰ, ਰਣਜੀਤ ਸਿੰਘ ਰਟੈਂਡਾ ਪ੍ਰਧਾਨ, ਸਤਵੀਰ ਸਿੰਘ ਜੀਂਦੋਵਾਲ, ਜਰਨੈਲ ਸਿੰਘ ਹੁਸੈਨਪੁਰ, ਮਨਜੀਤ ਸਿੰਘ ਬੰਬ ਰਸੂਲਪੁਰ, ਗੁਰਸ਼ੰਤ ਸਿੰਘ ਮੰਨਾ, ਭਾਈ ਅਵਤਾਰ ਸਿੰਘ ਤਾਰਾ ਜਗਤਪੁਰ, ਰਣਜੀਤ ਸਿੰਘ ਰਟੈਂਡਾ ਤੇ ਸਤਵੀਰ ਸਿੰਘ ਜੀਂਦੋਵਾਲ, ਜਰਨੈਲ ਸਿੰਘ ਹੁਸੈਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਮਖਿਆਲੀ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਇਸ ਮੰਚ ਦੇ ਉੱਤੇ ਰੱਖੇ ਤੇ ਸੱਦਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੱਡੇ ਪੱਧਰ ਤੇ ਹਮਖਿਆਲੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਅੰਦੋਲਨ, ਇੱਕ ਵੱਡੀ ਵਿਚਾਰ ਗੋਸ਼ਟੀ ਕਿਸਾਨ ਹਿੱਤ ਦੇ ਵਿੱਚ ਕਰਵਾਈ ਜਾਏਗੀ। SGPC ਦੇ ਸਾਬਕਾ ਜਨਰਲ ਸਕੱਤਰ ਮੌਜੂਦਾ ਕਮੇਟੀ ਮੈਂਬਰ ਸਰਦਾਰ ਸੁਖਦੇਵ ਸਿੰਘ ਜੀ ਭੌਰ ਅੱਜ ਇੱਕ ਬਹੁਤ ਹੀ ਗੰਭੀਰ ਮਸਲਾ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਹੈ, ਕਿਸਾਨੀ ਦੇ ਹਿੱਤਾਂ ਦੇ ਲਈ, ਵਪਾਰ ਦੇ ਹਿੱਤਾਂ ਦੇ ਲਈ। ਇਸ ਦੇ ਵਿੱਚ ਅੱਜ ਜਿਹੜਾ ਚਰਨ ਕਮਲ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ, ਪੰਥਕ ਸੇਵਾ ਜਥਾ ਦਵਾਬਾ ਉਹਦੇ ਵੱਲੋਂ ਆਰਗੇਨਾਈਜ਼ ਇਹ ਪ੍ਰੋਗਰਾਮ ਕੀਤਾ ਗਿਆ। ਉਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਰਦਾਰ ਸੁਖਦੇਵ ਸਿੰਘ ਜੀ ਭੌਰ ਸਾਹਿਬ ਨੇ। ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਜਿਹੜਾ ਸੈਂਟਰ ਸਰਕਾਰ ਨੇ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਜਿਹੜਾ ਉਹਨਾਂ ਦੇ ਮੁਤਾਬਕ ਕਿਸਾਨਾਂ ਦੇ ਹਿੱਤ ਦੇ ਵਿੱਚ ਜਿਹੜਾ ਇਹ ਬਿੱਲ 3 ਆਰਡੀਨੈਂਸ ਪਾਸ ਕੀਤੇ ਆ, ਕੀ ਉਹ ਸਹੀ ਹੈ ਜਾਂ ਗਲਤ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਇਹ ਬੜਾ ਗੰਭੀਰ ਮਸਲਾ ਹੈ। ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਉਹਨਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਇਹ ਬਿੱਲ ਪਾਸ ਕੀਤੇ ਔਰ ਇਹ ਕਾਨੂੰਨ ਬਣਾਇਆ, ਪਰ ਜਿਨ੍ਹਾਂ ਦੇ ਹੱਕ ਵਿੱਚ ਬਿੱਲ ਪਾਸ ਕੀਤੇ ਉਹ ਤਾਂ ਰੇਲਵੇ ਲਾਈਨਾਂ ਤੇ ਬੈਠੇ 24 ਘੰਟੇ। ਕਰੋਨਾ ਵਰਗੀ ਬਿਮਾਰੀ ਦੇ ਹਾਲਾਤ ਵਿੱਚ ਉਹ ਘਰ ਘਾਟ ਛੱਡ ਕੇ ਰੇਲਵੇ ਲਾਈਨਾਂ ਤੇ ਬੈਠਣ ਲਈ ਮਜਬੂਰ ਹੈ, ਸੜਕਾਂ ਰੋਕਣ ਲਈ ਮਜਬੂਰ ਹੈ। ਤੇ ਇਹ ਉਹਨਾਂ ਨੂੰ ਸਮਝ ਹੈ ਵੀ ਇਹ ਜੋ ਕੁਝ ਸਾਡੇ ਨਾਲ ਕੀਤਾ ਜਾ ਰਿਹਾ ਬਿਲਕੁਲ ਧੋਖਾ ਇਸ ਕਰਕੇ ਹੈ ਕਿ ਤਿੰਨੇ ਹੀ ਆਰਡੀਨੈਂਸ ਜਿਹੜੇ ਆ, ਜੇ ਉਹਨਾਂ ਨੂੰ ਵੱਖ-ਵੱਖ ਕਰਕੇ ਦੇਖੀਏ, ਪਹਿਲਾ ਆਰਡੀਨੈਂਸ ਜਿਹੜਾ ਉਹ 1955 ਦਾ ਜਿਹੜਾ ਜ਼ਰੂਰੀ ਵਸਤਾਂ ਦਾ ਸੰਬੰਧੀ ਐਕਟ ਹੈ ਉਹਨੂੰ ਖਤਮ ਕਰਨ ਵਾਲਾ। ਉਹ ਕੀ ਸੀਗਾ? ਉਹ ਇਹ ਸੀਗਾ ਵੀ ਕੋਈ ਬੰਦਾ ਵੀ ਲੋੜ ਤੋਂ ਵੱਧ ਜਮਾਖੋਰੀ ਨਹੀਂ ਕਰ ਸਕਦਾ। ਤੇ ਇਹਦੇ ਨਾਲ ਉਤਸ਼ਾਹ ਇਹ ਬਣੂਗਾ ਵੀ ਜਿਹੜੇ ਸਰਮਾਏਦਾਰ ਬੰਦੇ ਆ ਸਸਤੇ ਭਾਅ 'ਤੇ ਚੀਜ਼ਾਂ ਲੈ ਕੇ ਉਹਨੂੰ ਸਟੋਰ ਕਰ ਲਿਆ ਕਰਨਗੇ, ਮਹਿੰਗੇ ਭਾਅ ਦੇ ਉੱਤੇ ਗਰੀਬਾਂ ਨੂੰ ਵੇਚਿਆ ਕਰਨਗੇ। ਦੂਜਾ ਕਾਨੂੰਨ ਹੈਗਾ ਓਪਨ ਮਾਰਕੀਟਿੰਗ ਦਾ ਜਾਂ ਕੰਟਰੈਕਟ ਫਾਰਮਿੰਗ। ਜਿਹੜੀ ਹੁਣ ਓਪਨ ਮਾਰਕੀਟਿੰਗ ਜਿਹੜੀ ਉਹ ਕਹਿੰਦੇ ਵੀ ਮੰਡੀ ਤੋਂ ਇਲਾਵਾ ਕਿਸੇ ਵੀ ਸੂਬੇ 'ਚ ਲਿਜਾ ਕੇ ਵੇਚ ਸਕਦਾ, ਉਹਦੇ 'ਚ ਕਿਸਾਨ ਨੂੰ ਫਾਇਦਾ ਬਹੁਤ ਹੋਊਗਾ। ਪੰਜਾਬ ਦਾ 85% ਕਿਸਾਨ ਜਿਹੜਾ 5 ਏਕੜ ਤੋਂ ਘੱਟ ਵਾਲਾ, ਅਤੇ ਜੇ 5 ਏਕੜ ਵਾਲਾ ਜ਼ਿਮੀਂਦਾਰ ਜੇ 5 ਏਕੜਾਂ ਦੇ ਵਿੱਚ ਵੀ ਕਣਕ ਬੀਜ ਲੈਂਦਾ ਤਾਂ ਇੱਕ ਟਰਾਲੀ ਦੇ ਵਿੱਚ ਆ ਜਾਂਦੀ ਆ। ਉਹ ਇੱਕ ਟਰਾਲੀ ਲੈ ਕੇ ਕਿੱਥੇ ਵੇਚਣ ਜਾਊਗਾ? ਉਹ ਬਿਲਕੁਲ ਧੋਖਾ ਦੇ ਕੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਸਰਮਾਏਦਾਰਾਂ ਦੇ ਹੱਥ ਵੇਚਣ ਦੀ ਤਿਆਰੀ ਹੋ ਰਹੀ ਹੈ। ਅਤੇ ਇਸੇ ਤਰ੍ਹਾਂ ਜਿਵੇਂ ਹੋ ਰਿਹਾ, ਜਿਵੇਂ ਪਹਿਲਾਂ ਇਹ ਲਾਲਚ ਦਿੱਤਾ ਗਿਆ ਸੀ ਨਾ ਵੀ ਤੁਹਾਡੇ ਬਿਜਲੀ ਦੇ ਬਿੱਲ ਮਾफ़ ਕਰ ਦਿੱਤੇ ਆ ਜੀ। ਬਿਜਲੀ ਦੇ ਬਿੱਲ ਤਾਂ ਮਾफ़ ਕਰ ਦਿੱਤੇ, 5 ਦੀ ਮੋਟਰ ਦਾ 250 ਰੁਪਈਆ ਬਿੱਲ ਆਉਂਦਾ ਸੀ। ਮਗਰੋਂ ਉਸੇ ਜ਼ਿਮੀਂਦਾਰ ਨੂੰ ਕਿਹਾ ਵੀ ਜੇ ਤੂੰ ਕਨੈਕਸ਼ਨ ਲੈਣਾ, ਖੰਭੇ ਦਾ ਖਰਚਾ ਵੀ ਤੂੰ ਚੁੱਕੇਗਾ, ਤਾਰਾਂ ਦਾ ਖਰਚਾ ਵੀ ਤੂੰ ਚੁੱਕੇਗਾ, ਟਰਾਂਸਫਾਰਮਰ ਵੀ ਤੂੰ ਲਵਾਏਗਾ, ਅਤੇ ਉਹਦਾ ਲੱਖਾਂ ਰੁਪਈਆ ਖਰਚ ਕਰਵਾ ਦਿੱਤਾ ਗਿਆ 250 ਰੁਪਈਆ ਬਚਾਉਣ ਦੀ ਖਾਤਰ। ਜਦੋਂ ਬਿੱਲ ਦਿੱਤਾ ਜਾਂਦਾ ਸੀ ਇਹ ਸਾਰੇ ਖਰਚੇ ਜਿਹੜੇ ਆ ਸਰਕਾਰ ਚੁੱਕਦੀ ਸੀ। ਹੁਣ ਇਸੇ ਤਰ੍ਹਾਂ ਸਰਕਾਰ ਜਿਸ ਰਾਹ ਤੁਰੀ ਹੋਈ ਹੈ, ਏਅਰਲਾਈਨਾਂ ਪ੍ਰਾਈਵੇਟ ਹੋ ਗਈਆਂ, ਏਅਰਪੋਰਟ ਪ੍ਰਾਈਵੇਟ ਹੋ ਗਏ, ਰੇਲਵੇ ਪ੍ਰਾਈਵੇਟ ਹੋ ਰਹੀ ਹੈ, ਐਜੂਕੇਸ਼ਨ ਪ੍ਰਾਈਵੇਟ ਹੋ ਗਈ, ਹੈਲਥ ਪ੍ਰਾਈਵੇਟ ਹੋ ਗਈ, ਰੋਡ ਪ੍ਰਾਈਵੇਟ ਹੋ ਗਏ, ਅਤੇ ਇੱਕ ਕਿਸਾਨੀ ਬਚੀ ਆ ਜਿਹਦੇ ਤੋਂ ਆਰਥਿਕਤਾ ਸ਼ੁਰੂ ਹੁੰਦੀ ਹੈ ਪੰਜਾਬ ਦੀ। ਇਸੇ ਹੀ ਆਰਥਿਕਤਾ ਦੇ ਨਾਲ ਪੰਜਾਬ ਦਾ ਹਰ ਵਰਗ ਜਿਹੜਾ ਆਪਣੀ ਰੋਜੀ ਰੋਟੀ ਚਲਾ ਰਿਹਾ, ਅਤੇ ਹੁਣ ਇਹਨਾਂ ਨੂੰ ਘਸਿਆਰੇ ਬਣਾਉਣ ਦੇ ਲਈ
ਇਹ ਤਿੰਨੇ ਕਾਨੂੰਨ ਲਿਆਂਦੇ ਗਏ ਆ ਜਿਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਵੇਚਣ ਦੀ ਸਾਜ਼ਿਸ਼ ਹੋ ਰਹੀ ਹੈ। ਉਹ ਮੈਂ ਉਦਾਹਰਨ ਦੇ ਤੌਰ ਤੇ ਦੱਸਦਾ ਕਿਵੇਂ ਹੁੰਦੀ ਹੈ। ਦੇਖੋ, ਜ਼ਿਮੀਂਦਾਰ ਅੱਗੇ ਕੋਆਪਰੇਟਿਵ ਬੈਂਕ ਆਪਣੀਆਂ ਸੁਸਾਇਟੀਆਂ ਤੋਂ ਲੋਨ ਲੈਂਦਾ ਸੀ ਆਪਣੇ ਜ਼ਿਮੀਂਦਾਰਾਂ ਕਰਨ ਦੇ ਲਈ। ਉਹ 42,000 ਰੁਪਈਆ ਪਰ ਏਕੜ ਲਿਮਿਟ ਸੀ। ਤੇ ਪਿਛਲੀ ਸਰਕਾਰ ਆਈ, ਉਹਨਾਂ ਨੇ ਕਿਹਾ ਵੀ ਤੁਹਾਨੂੰ ਆੜ੍ਹਤੀਆਂ ਦੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ, ਜਿੰਨੇ ਪੈਸੇ ਚਾਹੀਦੇ ਤੁਹਾਡੀਆਂ ਲਿਮਟਾਂ ਬਣਾਉਂਦੇ ਆ, ਤੁਸੀਂ ਕਮਰਸ਼ੀਅਲ ਬੈਂਕਾਂ ਤੋਂ ਲੈ ਲਓ। ਉਹ ਲਿਮਟਾਂ ਬਣੀਆਂ ਜ਼ਮੀਨ ਦੇ ਮੁੱਲ ਦੇ ਉੱਤੇ, ਕੀਮਤ ਬਣੀ 30 ਲੱਖ ਰੁਪਈਆ ਏਕੜ ਦੀ। ਬੈਂਕ ਨੇ ਕਿਹਾ 20 ਲੱਖ ਲੈ ਲਾ, ਜ਼ਮੀਨ ਤੇਰੀ ਸਾਡੇ ਕੋਲ ਰਹੇਗੀ। ਤੇ ਜ਼ਮੀਨ ਜਦੋਂ ਉਹ 20 ਲੱਖ ਰੁਪਈਆ ਲੈ ਲਿਆ, ਮੋੜਨਾ ਤਾਂ ਉਹ ਫਸਲ ਦੇ ਵਿੱਚੋਂ ਸੀ ਨਾ। ਕਿਸਾਨੀ ਕਦੇ ਵੀ ਇੰਨੀ ਫਸਲ ਨਹੀਂ ਹੋ ਸਕਦੀ 2-4 ਏਕੜਾਂ ਵਾਲੇ ਕੋ, ਜਿਹੜਾ 1 ਏਕੜ ਵਾਲੇ ਕੋ ਜਿਹੜਾ 20 ਲੱਖ ਰੁਪਈਆ ਲਾ ਦੇਵੇ ਕਰਜ਼ਾ। ਤੇ ਉਹਦਾ ਨਤੀਜਾ ਕੀ ਨਿਕਲਿਆ? ਜ਼ਮੀਨਾਂ ਵੀ ਵੇਚਣੀਆਂ ਪਈਆਂ, ਗਲਾਂ 'ਚ ਰੱਸੇ ਵੀ ਪਾਉਣੇ ਪਏ। ਹੁਣ ਵੀ ਇਹੀ ਕੁਝ ਹੋ ਰਿਹਾ। ਉਹ ਕਿਹਾ ਜਾ ਰਿਹਾ ਵੀ ਅਸੀਂ ਤੁਹਾਡੇ ਕੰਟਰੈਕਟ ਹੋਣਗੇ, ਜੇ ਤੁਹਾਡੇ ਕੰਟਰੈਕਟ ਬ੍ਰੀਚ ਆਫ ਕੰਟਰੈਕਟ ਹੁੰਦਾ SDM ਕੋਲ ਜਾਓ ਤੁਸੀਂ, ਉਹ ਤੁਹਾਡੀ ਸੁਣੇਗਾ। ਹੁਣ DC ਕੋਲ ਸੁਣੇਗਾ। ਹੁਣ SDM DC ਸੁਣ ਰਹੇ ਆ ਕਿਸੇ ਕੋਲ। ਤੇ ਜਦੋਂ ਵੱਡੀਆਂ ਧਿਰਾਂ ਦੇ ਨਾਲ ਸਮਝੌਤਾ ਹੋਊਗਾ, ਸਮਝੌਤਾ ਹਮੇਸ਼ਾ ਬਰਾਬਰ ਦੇ ਲੋਕਾਂ ਵਿੱਚ ਪੁੱਗਦਾ ਹੁੰਦਾ। ਤੇ ਜੇ ਸਮਝੌਤਾ ਅੰਬਾਨੀ ਵਰਗਾ ਆ ਕੇ 2 ਕਿੱਲਿਆਂ ਵਾਲੇ ਨਾਲ ਕਰ ਲੈਂਦਾ, 2 ਕਿੱਲਿਆਂ ਵਾਲੇ ਦੀ ਕੀ ਹਸੀਅਤ ਹੈ ਉਹਦੇ ਮੂਹਰੇ ਖੜ ਜਾਣ। ਇਹ ਸਾਰਾ ਹੀ ਧੋਖਾ ਹੋ ਰਿਹਾ ਔਰ ਇਹ ਬਿਲਕੁਲ ਗਲਤ ਹੈ। ਔਰ ਸਾਡੀ ਇਹ ਮੰਗ ਹੈ, ਬਾਰ-ਬਾਰ ਮੰਗ ਹੈ ਵੀ ਪੰਜਾਬ ਨੂੰ ਆਪਣੀਆਂ ਜਿਣਸਾਂ ਵੇਚਣ ਦਾ ਅਧਿਕਾਰ ਵੀ ਮਿਲਣਾ ਚਾਹੀਦਾ। ਪਾਣੀ ਦਾ ਕੰਟਰੋਲ ਵੀ ਪੰਜਾਬ ਦੇ ਕੋਲ ਹੋਣਾ ਚਾਹੀਦਾ। ਕਿਹੜੀ ਫਸਲ ਬੀਜਣੀ ਆ, ਕਿਹਨੂੰ ਵੇਚਣੀ ਹੈ, ਕਿੱਥੇ ਵੇਚਣੀ ਹੈ, ਇਹ ਅਧਿਕਾਰ ਵੀ ਪੰਜਾਬੀਆਂ ਕੋਲ ਹੋਣਾ ਚਾਹੀਦਾ। ਇਹ ਸੈਂਟਰ ਨੂੰ ਇਹਦੇ ਵਿੱਚ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ ਬਾਰ-ਬਾਰ। ਜਿਸ ਤਰੀਕੇ ਅੱਜ ਇਹ ਜਿਹੜੀ ਹੈ ਤੁਸੀਂ ਵਿਚਾਰ ਚਰਚਾ, ਵਿਚਾਰ ਗੋਸ਼ਟੀ ਜਿਹੜੀ ਰੱਖੀ ਹੈ, ਇਸ ਦੇ ਵਿੱਚ 3 ਜਿਹੜੀਆਂ ਪਾਰਟੀਆਂ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਸੱਦੇ ਗਏ ਆ। ਕਿ ਉਹਨਾਂ ਨੂੰ ਵਿੱਚ ਨਹੀਂ ਬਿਠਾਇਆ ਜਾ ਸਕਦਾ ਕਿ ਤੁਸੀਂ ਦੱਸੋ ਬਈ ਕਿਸਾਨਾਂ ਦੇ ਲਈ ਧੋਖਾ ਕੀਤਾ? ਕਿ ਕੀ ਕਾਰਨ ਵਾ? ਅੱਜ ਵੀ ਕਿਸਾਨ ਮੈਂ ਦੇਖਦਾ ਖਟਕੜ ਕਲਾਂ ਵਿਖੇ ਕਾਂਗਰਸ ਵੱਲੋਂ ਰੈਲੀ ਕੀਤੀ ਗਈ, ਉਹਦੇ ਵਿੱਚ ਵੀ ਵੱਡੀ ਪੱਧਰ ਤੇ ਕਿਸਾਨ ਸੀਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੀਤੀ ਗਈ, ਉਹਦੇ ਵਿੱਚ ਵੀ ਵੱਡੀ ਪੱਧਰ ਤੇ ਕਿਸਾਨ ਹਾਜ਼ਰ ਸੀ। ਕਿ ਕਿਸਾਨ ਆਪਣੇ ਆਪ ਨੂੰ ਧੋਖਾ ਨਹੀਂ ਦੇ ਰਿਹਾ ਇਹਦੇ ਲਈ? ਨਹੀਂ, ਦੇਖੋ, ਕਿਸਾਨ ਬਾਰ-ਬਾਰ ਰਾਜਨੀਤਿਕ ਲੋਕਾਂ ਹੱਥੋਂ ਠੱਗਿਆ ਗਿਆ। ਇਸ ਕਰਕੇ ਉਹਨਾਂ ਦਾ ਹੁਣ ਮਨ ਇੱਦਾਂ ਦਾ ਬਣ ਚੁੱਕਾ ਵੀ ਰਾਜਨੀਤਿਕ ਲੋਕ ਆਪਣੀ ਰਾਜਨੀਤੀ ਕਰੀ ਜਾਣ, ਸਾਨੂੰ ਸਾਡੇ ਹਾਲ ਦੇ ਉੱਤੇ ਰਹਿਣ ਦੇਣ। ਅਸੀਂ ਆਪਣੀ ਸਮਰੱਥਾ ਮੁਤਾਬਕ ਇਹਨਾਂ ਕਾਨੂੰਨਾਂ ਨੂੰ ਰੁਕਾਉਣ ਦਾ ਯਤਨ ਕਰ ਸਕਦੇ। ਬੇਸ਼ੱਕ ਅੱਜ ਦਾ ਇਹ ਜਿਹੜਾ ਸਮਾਗਮ ਹੈ ਪੰਥ ਸੇਵਕ ਜਥੇ ਵੱਲੋਂ ਰੱਖਿਆ ਗਿਆ ਸੀ, ਪਰ ਇਹ 'ਚ ਸੱਦਾ ਸਾਰਿਆਂ ਨੂੰ ਦਿੱਤਾ ਵੀ ਆਪਣਾ ਆਪਣਾ ਪੱਖ ਰੱਖੋ ਆ ਕੇ। ਪਰੰਤੂ ਲੱਗਦਾ ਇਹ ਹੈ ਵੀ ਕਿਸਾਨੀ ਨੇ, ਜਿਹੜਾ ਜ਼ਿਮੀਂਦਾਰ ਹੈ, ਉਹਨੇ ਪਿਛਲੇ ਸਮੇਂ ਵਿੱਚ ਰਾਜਨੀਤਿਕ ਲੋਕਾਂ ਤੋਂ ਜਿੰਨੇ ਧੋਖੇ ਖਾਧੇ ਆ ਨਾ, ਉਹ ਹੁਣ ਬਹੁਤ ਫੂਕ ਕੇ ਪੈਰ ਰੱਖ ਰਿਹਾ। ਰਾਜਨੀਤਿਕ ਲੋਕ ਆਪਣੀ ਗੁਆਚੀ ਹੋਈ ਰਾਜਨੀਤਿਕ ਜ਼ਮੀਨ ਲੱਭਣ ਦੇ ਲਈ ਯਤਨ ਤਾਂ ਬਹੁਤ ਕਰ ਰਹੇ, ਪਰੰਤੂ ਕਿਸਾਨ ਉਹਨਾਂ ਨੂੰ ਵਿੱਚ ਨਹੀਂ ਬਣਨ ਦੇ ਰਹੇ। ਉਹ ਆਪਣੀਆਂ ਰੈਲੀਆਂ ਕਰਕੇ ਆਪਣੀ ਜਿੰਦਾਬਾਦ ਆਪੇ ਹੀ ਕਰੀ ਜਾਂਦੇ, ਕੋਈ ਹੋਰ ਨਹੀਂ ਕਰਨ ਦੇ ਰਿਹਾ। ਇਸ ਲਈ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੱਤਾ ਵੀ ਭਾਈ ਆਪਣਾ ਪੱਖ ਰੱਖੋ ਇੱਥੇ ਆ ਕੇ। ਜਿਹਦੇ 'ਚ ਕੋਈ ਮਨ ਹੈਗਾ ਠੀਕ ਹੈ, ਜੇ ਕੋਈ ਕਿਸਾਨੀ ਦੇ ਭਲੇ 'ਚ ਗੱਲ ਹੋ ਸਕਦੀ ਹੈ। ਇਹ ਲੜਾਈ ਜਿਹੜੀ ਹੈ, ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ, ਇਹਦੇ ਵਿੱਚ ਹਰ ਵਰਗ ਉੱਠ ਕੇ ਤੁਰ ਪਿਆ। ਬੀਬੀਆਂ, ਬੱਚੇ, ਬਜ਼ੁਰਗ, ਹਰ ਕੋਈ ਬੈਠਾ। ਫਿਰ ਇੱਦਾਂ ਦੇ ਹਾਲਾਤ ਵਿੱਚ ਜਦੋਂ ਕਰੋਨਾ ਵਰਗੀ ਮਹਾਮਾਰੀ ਆ, ਕਿਸੇ ਨੇ ਸਿਹਤ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਤੇ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਤੇ ਮੈਂ ਤੇ ਹੈਰਾਨ ਆ ਵੀ ਜਿਹੜੇ ਲੈ ਕੇ ਚੰਡੀਗੜ੍ਹ ਨੂੰ ਜਾ ਰਹੇ ਆ ਮਾਰਚ, ਮਿਲਦੀ ਮੱਝ ਨਹੀਂ ਲੱਤਾਂ ਕੱਟੇ ਦੀਆਂ ਭੰਨੀ ਜਾਂਦੇ। ਤੇ ਜੇ ਵਿਰੋਧ ਕਰਨਾ ਤੇ ਜਾਓ, ਜਾ ਕੇ ਮੋਦੀ ਦੇ ਸਾਹਮਣੇ, ਮੋਦੀ ਦੇ ਘਰ ਦੇ ਮੂਹਰੇ ਲਾਓ ਧਰਨੇ, ਜਿੰਨੇ ਲਾਉਣੇ, ਉਹਨੂੰ ਪਤਾ ਤਾਂ ਲੱਗੇ ਵੀ ਅਸੀਂ ਗਲਤ ਕਰ ਰਹੇ ਹਾਂ। ਤੇ ਇਹ ਐਸੇ ਹਾਲਾਤ ਹੈ ਵੀ ਜੇ ਇਸ ਹਾਲਾਤ ਵਿੱਚ ਰਾਜਨੀਤਿਕ ਲੋਕਾਂ ਨੇ ਫਿਰ ਬੇਈਮਾਨੀ ਕਰਨ ਦਾ ਯਤਨ ਕੀਤਾ ਤੇ ਪੰਜਾਬ ਦੇ ਲੋਕਾਂ ਨੇ ਬਖਸ਼ਣਾ ਨਹੀਂ। ਤੁਸੀਂ NKN TV ਦੇ ਮਾਧਿਅਮ ਦੇ ਰਾਹੀਂ ਕਿਸਾਨਾਂ ਨੂੰ, ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਮੇਰੀ ਤਾਂ ਇਹ ਬੇਨਤੀ ਆ, ਬਹੁਤ ਨਿਮਰਤਾ ਸਹਿਤ, ਏਕਾ ਬਣਾ ਕੇ ਰੱਖੋ, ਆਪਣੇ ਹੱਕਾਂ ਲਈ ਲੜੋ। ਪੰਜਾਬ ਦੀ ਵਿਰਾਸਤ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦੇ ਲਈ ਨੌਜਵਾਨ ਅੱਗੇ ਆਉਣ। ਔਰ ਇਹ ਜੋ ਧੱਕੇ ਪੰਜਾਬ ਨਾਲ ਹੋ ਰਹੇ ਆ, ਦੇਖੋ ਇਹ ਬੜਾ ਹਿਡਨ ਏਜੰਡਾ ਹੈ। ਰਾਜਸਥਾਨ ਵਿੱਚ ਪੰਜਾਬੀ ਬੋਲੀ ਜਾਂਦੀ ਸੀ, ਉੱਥੇ ਉਹਨਾਂ ਨੂੰ ਭਾਸ਼ਾ ਲਿਸਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਵਿੱਚ ਬਾਹਰ ਕੱਢ ਦਿੱਤਾ ਗਿਆ। ਇਹ ਜਾਣ ਬੁੱਝ ਕੇ ਸਾਡੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖੇ ਜਾ ਰਹੇ ਵੀ ਅਸੀਂ ਬੋਲੀਏ, ਮਜਬੂਰ ਹੋਈਏ, ਅਸੀਂ ਕੋਈ ਐਸੀ ਗੱਲ ਕਰੀਏ ਜਿਹਦੇ ਨਾਲ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਸੂਬਾ ਸਾਡਾ ਇਕੱਲੇ ਮੋਦੀ ਦਾ ਨਹੀਂ ਹੈ, ਮੁਲਕ ਜਿਹੜਾ ਇਹ ਸਾਰਿਆਂ ਦਾ ਹੀ ਹੈ। ਇਹਦੇ ਵਿੱਚ ਸ਼ਾਂਤੀ ਵੀ ਬਣਾ ਕੇ ਰੱਖਣੀ ਚਾਹੀਦੀ ਔਰ ਆਪਣੇ ਹੱਕਾਂ ਲਈ ਜਮਹੂਰੀ ਢੰਗ ਨਾਲ ਲੜਨਾ ਵੀ ਚਾਹੀਦਾ। ਇਹ ਨਹੀਂ ਮਹਿਸੂਸ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ 84 ਵਾਲਾ ਦੌਰ ਸ਼ੁਰੂ ਹੋਇਆ ਸੀ, ਕਿ ਇਹ ਸਰਕਾਰਾਂ ਸਾਨੂੰ ਮੁੜ ਕੇ ਉਸੇ ਰਾਹ ਦੇ ਉੱਤੇ ਚੱਲਣ ਨੂੰ ਮਜਬੂਰ ਕਰ ਰਹੀਆਂ? ਦੇਖੋ, ਇਹ ਜੋ ਮਰਜ਼ੀ ਕਰੀ ਜਾਣ ਸਰਕਾਰ ਹਰ ਹੀਲੇ ਆਪਣੇ ਸਾਧਨ ਵਰਤਦੀ ਹੁੰਦੀ ਹੈ, ਪਰੰਤੂ ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਸਭ ਕੁਝ ਪਤਾ ਹੈ। ਉਹਨਾਂ ਨੇ ਬਹੁਤ ਕੁਝ ਹੰਢਾਇਆ ਪਿਛਲੇ ਸਮੇਂ ਵਿੱਚ, ਹੁਣ ਉਹ ਇਸ ਚਾਲ ਵਿੱਚ ਨਹੀਂ ਫਸਣਗੇ।
ਬਹੁਤ ਬਹੁਤ ਧੰਨਵਾਦ ਸੁਖਦੇਵ ਸਿੰਘ ਭੌਰ ਜੀ ਦਾ, ਜਿਨ੍ਹਾਂ ਨੇ ਬੇਵਾਕ ਸ਼ਬਦਾਂ ਦੇ ਨਾਲ ਸਾਡੇ ਨਾਲ ਗੱਲ ਕੀਤੀ। ਪੰਥਕ ਸੇਵਕ ਜਥਾ ਦੁਆਬਾ ਜਿਨ੍ਹਾਂ ਵੱਲੋਂ ਅੱਜ ਵਿਚਾਰ ਗੋਸ਼ਟੀ ਚਰਨ ਕਮਲ ਗੁਰਦੁਆਰਾ ਬੰਗਾ ਦੇ ਹਾਲ ਦੇ ਵਿੱਚ ਰੱਖੀ ਗਈ ਸੀ, ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਮਨਤੀਰ ਸਿੰਘ ਗੜੀ ਜੀ, ਜਿਨ੍ਹਾਂ ਨੇ ਇਹ ਕਨਵੈਨਸ਼ਨ ਨੂੰ ਵੀ ਆਰਗੇਨਾਈਜ਼ ਕੀਤਾ। ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਮਨਤੀਰ ਸਿੰਘ ਜੀ, ਕਿਸਾਨਾਂ ਦੇ ਹਿੱਤ ਦੀ ਆਵਾਜ਼ ਦੇ ਲਈ ਅੱਜ ਤੁਸੀਂ ਆਪਣੇ ਜਥੇ ਵੱਲੋਂ ਦੁਆਬਾ ਜਿਹੜਾ ਤੁਸੀਂ ਜਥਾ ਬਣਾਇਆ, ਉਹਦੇ ਵੱਲੋਂ ਅੱਜ ਇੱਕ ਇਕੱਠ ਕੀਤਾ, ਜਿਹਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ, ਖੇਤੀ ਮਾਹਰ ਆਏ ਆ। ਉਹ ਕੀ ਵਿਚਾਰ ਚਰਚਾ ਹੋਈਆਂ ਉਹਦੇ ਵਿੱਚ? ਉਹਦੇ ਵਿੱਚ ਇੱਕ ਬੁਨਿਆਦੀ ਗੱਲ, ਜਿਹੜਾ ਇੱਕ ਨੁਕਤਾ ਸਭ ਤੋਂ ਅਹਿਮ ਇਹ ਉੱਭਰਿਆ ਕਿ ਖੇਤੀ ਦੇ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਨੇ, ਚਾਹੇ ਉਹ ਖੇਤੀ ਉਪਜਾਂ ਦੇ ਮੁੱਲ ਤੈਅ ਕਰਨ ਦਾ ਮਸਲਾ ਹੋਏ, ਚਾਹੇ ਉਹ ਵਪਾਰ ਦਾ ਮਸਲਾ ਹੋਏ, ਚਾਹੇ ਖੇਤੀ ਉਪਜਾਂ ਦੇ ਮੰਡੀਕਰਨ ਦਾ ਮਸਲਾ, ਜਾਂ ਖੇਤੀ ਨਾਲ ਸੰਬੰਧਿਤ ਹੋਰ ਜਿਹੜੇ ਵੀ ਮਸਲੇ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਹੱਕ ਹੈ ਉਹ ਪੰਜਾਬ ਦੇ ਕੋਲ ਹੋਣੇ ਚਾਹੀਦੇ। ਉਹ ਖੁਦ ਮੁਖਤਿਆਰੀ ਪੰਜਾਬ ਕੋਲ ਹੋਣੀ ਚਾਹੀਦੀ ਕਿ ਇਹ ਖੇਤੀ ਨਾਲ ਸੰਬੰਧਿਤ ਸਾਰੇ ਮਸਲਿਆਂ ਦੇ ਫੈਸਲੇ ਪੰਜਾਬ ਦੇ ਕਿਸਾਨ ਉਹ ਆਪ ਲੈਣ। ਇਹ ਇੱਕ ਬੁਨਿਆਦੀ ਨੁਕਤਾ ਜਿਹੜਾ ਇਸ ਮਸਲੇ ਦੇ ਵਿੱਚ ਉੱਭਰਿਆ ਅੱਜ ਦੀ ਵਿਚਾਰ ਚਰਚਾ 'ਚ। ਬੀਜੇਪੀ ਨੇ 3 ਆਰਡੀਨੈਂਸ ਪਾਸ ਕਰ ਦਿੱਤੇ, ਲੋਕ ਸਭਾ 'ਚ ਵੀ ਹੋ ਗਿਆ, ਰਾਜ ਸਭਾ 'ਚ ਵੀ ਹੋ ਗਿਆ, ਰਾਸ਼ਟਰਪਤੀ ਉਹਨਾਂ ਨੇ ਵੀ ਮੋਹਰ ਲਾਤੀ ਉਹਦੇ ਉੱਤੇ, ਉਹ ਕਾਨੂੰਨ ਲਾਗੂ ਹੋ ਗਿਆ। ਕੀ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਜੋ ਬੀਜੇਪੀ ਕਹਿ ਰਹੀ ਆ ਕਿ ਕਿਸਾਨ ਦੀ ਤਸਵੀਰ ਤੇ ਤਕਦੀਰ ਅਸੀਂ ਬਦਲ ਦੇਵਾਂਗੇ? ਨਹੀਂ, ਇਹਦੇ ਵਿੱਚ ਬੁਨਿਆਦੀ ਸਮੱਸਿਆ ਇਹ ਆ ਕਿ ਇਸ ਸਾਰੇ ਖਿੱਤੇ ਦੇ ਵਿੱਚ, ਇੰਡੀਆ ਦੇ ਵਿੱਚ ਕਿਸਾਨੀ ਦੀਆਂ ਹਾਲਾਤਾਂ, ਮਿੱਟੀ ਦੀ ਹਾਲਾਤ, ਪਾਣੀ ਦੀ ਹਾਲਾਤ, ਮੌਸਮ ਦੀ ਹਾਲਾਤ, ਉਹ ਸਾਰੇ ਇੰਡੀਆ ਦੇ ਵਿੱਚ ਬੜੀ ਭਿੰਨਤਾ ਉਹਦੇ ਵਿੱਚ। ਮਤਲਬ ਪੰਜਾਬ ਦੇ ਕਿਸਾਨ ਦੀਆਂ ਹੋਰ ਮੰਗਾਂ ਤੇ ਹਾਲਾਤਾਂ ਨੇ, ਮੱਧ ਪ੍ਰਦੇਸ਼ ਦੇ ਵਿੱਚ ਹੋਰ ਹਾਲਾਤ ਹੈ, ਬਿਹਾਰ 'ਚ ਹੋਰ ਹੈ, ਉੜੀਸਾ 'ਚ ਹੋਰ ਹੈ। ਸੋ ਵੱਖ-ਵੱਖ ਜਗ੍ਹਾ ਦੇ ਵਿੱਚ ਹਾਲਾਤਾਂ ਵੱਖ-ਵੱਖ ਨੇ। ਤੋ ਇਸ ਕਰਕੇ ਇੱਕ ਕਾਨੂੰਨ ਦੇ ਨਾਲ ਹੀ ਸਾਰੇ ਇਸ ਐਡੇ ਵੱਡੇ ਖਿੱਤੇ ਦੇ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ ਹੈ। ਤੋ ਜਿਹੜੀ ਵੀ ਖੇਤੀ ਨੀਤੀ ਹੋਣੀ ਚਾਹੀਦੀ ਆ ਉਹ ਸਥਾਨਕ ਲੋਕਾਂ ਦੀ ਮੰਗ ਦੇ ਅਨੁਸਾਰ ਹੋਣੀ ਚਾਹੀਦੀ। ਮਤਲਬ ਪੰਜਾਬ ਦੇ ਸੰਬੰਧ ਦੇ ਵਿੱਚ ਵੀ ਕਣਕ, ਝੋਨੇ ਦੇ ਹਿਸਾਬ ਦੇ ਨਾਲ ਜਿਹੜੀਆਂ ਵੀ ਇੱਥੇ ਫਸਲਾਂ ਕੁਦਰਤੀ ਤੌਰ 'ਤੇ ਉਗਾਈਆਂ ਜਾਂਦੀਆਂ ਉਹਨਾਂ ਨੂੰ ਮੁੱਖ ਰੱਖ ਕੇ ਬਣਨੀ ਚਾਹੀਦੀ ਆ। ਦੱਖਣ ਦੇ ਵਿੱਚ ਮਸਾਲੇ ਹੁੰਦੇ ਆ, ਉੱਥੇ ਉਹ ਮਸਾਲਿਆਂ ਨੂੰ ਮੁੱਖ ਰੱਖ ਕੇ ਬਣਨੀ ਚਾਹੀਦੀ ਆ। ਪੂਰਬ ਦੇ ਵਿੱਚ ਚੌਲ ਜ਼ਿਆਦਾ ਹੁੰਦਾ, ਇੱਥੇ ਆਪਣੇ ਘੱਟ ਹੁੰਦਾ, ਉੱਥੇ ਚੌਲਾਂ ਨੂੰ ਮੁੱਖ ਰੱਖ ਕੇ ਹੋਣੀ ਚਾਹੀਦੀ ਆ। ਉੱਥੇ ਮੀਂਹ ਜ਼ਿਆਦਾ ਪੈਂਦੇ ਨੇ, ਮਿੱਟੀ 'ਚ ਮੋਇਸਚਰ ਜ਼ਿਆਦਾ ਆ। ਯਾਨੀ ਕਿ ਹਰੇਕ ਖਿੱਤੇ ਦਾ ਇੱਥੇ ਬਿਹਾਰ ਵੱਖਰਾ ਵੱਖਰਾ, ਹਾਲਾਤ ਵੱਖਰੇ ਵੱਖਰੇ ਆ, ਲੋਕਾਂ ਦੇ ਸੁਭਾਅ ਵੱਖਰੇ ਵੱਖਰੇ ਆ, ਸੱਭਿਆਚਾਰ ਮੁਤਾਬਕ ਖਾਣ ਪੀਣ ਦੀਆਂ ਆਦਤਾਂ ਵੱਖਰੀਆਂ ਵੱਖਰੀਆਂ। ਮਤਲਬ ਉਹਨੂੰ ਮੁੱਖ ਰੱਖ ਕੇ ਇੰਡੀਆ ਦੇ ਵਿੱਚ ਇੱਕੋ ਖੇਤੀ ਨੀਤੀ ਸਾਰੇ ਇੰਡੀਆ 'ਤੇ ਲਾਗੂ ਨਹੀਂ ਹੋ ਸਕਦੀ। ਸਹੀ ਪੰਜਾਬ ਦੇ ਸੰਬੰਧ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਸੰਬੰਧ ਦੇ ਵਿੱਚ ਇਸ ਨੀਤੀ ਦਾ ਕੋਈ ਬਹੁਤਾ ਫਾਇਦਾ ਹੋਣ ਦੇ ਸਾਰ ਘੱਟ ਹੈ, ਨੁਕਸਾਨ ਦੇ ਜ਼ਿਆਦਾ ਹੋ ਸਕਦਾ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹਦੇ ਫਾਇਦੇ ਹੋਣ, ਤੋ ਉਹਦੇ ਹਿਸਾਬ ਦੇ ਨਾਲ ਮਤਲਬ ਅਸੀਂ ਜੇ ਪੰਜਾਬ ਦੇ ਜਾਂ ਹਰਿਆਣੇ ਦੇ ਪੱਖ ਤੋਂ ਦੇਖੀਏ ਤਾਂ ਬਹੁਤੀ ਲਾਹੇਵੰਦ ਨੀਤੀ ਨਹੀਂ ਲੱਗਦੀ। ਕਿਸਾਨ ਇੱਕ ਪਲੇਟਫਾਰਮ ਤੇ ਆਪਣੀ ਹੱਕੀ ਮੰਗਾਂ ਦੇ ਲਈ ਕਿਉਂ ਨਹੀਂ ਇਕੱਠਾ ਹੋ ਰਿਹਾ? ਅਕਾਲੀ ਦਲ ਦਾ ਕਿਸਾਨ ਵੱਖਰਾ, ਕਾਂਗਰਸ ਦਾ ਵੱਖਰਾ, BSP ਦਾ ਵੱਖਰਾ, ਆਪ ਦਾ ਕਿਸਾਨ ਵੱਖਰਾ, ਕਿਸਾਨ ਯੂਨੀਅਨਾਂ ਜਿਹੜੀਆਂ 31 ਕਿਸਾਨ ਜਥੇਬੰਦੀਆਂ ਉਹ ਵੱਖਰੀਆਂ। ਇੱਕ ਪਲੇਟਫਾਰਮ ਤੇ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਕਿਉਂ ਨਹੀਂ ਇਕੱਠਾ ਹੋ ਰਿਹਾ? ਇਹਦੇ ਵਿੱਚ ਜਿਹੜੇ ਰੀਜ਼ਨ ਹੈਗੇ ਇਕੱਠਾ ਕਿਉਂ ਨਹੀਂ ਹੋ ਰਿਹਾ, ਉਹ ਤਾਂ ਸੱਤਾ ਦਾ ਆਨੰਦ ਮਾਣਨ ਦੇ ਹਨ। ਤੋ ਬਟ ਅਸੀਂ ਇੱਥੇ ਇਸੇ ਕਰਕੇ ਇਹ ਇਕੱਤਰਤਾ ਰੱਖੀ ਸੀਗੀ, ਜਿਹਦੇ ਵਿੱਚ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਹਰੇਕ ਸਮਾਜ ਦੇ ਪੱਖ ਦੇ ਨਾਲ ਬੰਦੇ, ਚਾਹੇ ਉਹ ਕਿਸਾਨ ਹੋਣ, ਚਾਹੇ ਪੋਲੀਟੀਕਲ ਲੀਡਰ ਹੋਣ, ਚਾਹੇ ਉਹ ਧਾਰਮਿਕ ਲੀਡਰ ਹੋਣ, ਚਾਹੇ ਸਮਾਜਿਕ ਲੀਡਰ ਹੋਣ, ਹਰੇਕ ਵੰਨਗੀ ਦੇ ਅਸੀਂ ਇੱਥੇ ਸ਼ਖਸੀਅਤਾਂ ਸੱਦੀਆਂ ਤਾਂ ਕਿ ਸਾਡੀ ਕੋਈ ਸਾਂਝੀ ਰਾਏ ਬਣੇ। ਔਰ ਇਸ ਗੱਲ 'ਚ ਮੈਨੂੰ ਖੁਸ਼ੀ ਹੈ ਕਿ ਇੱਥੇ ਇਕੱਲੇ ਸਾਰੇ ਆਪੋ ਆਪਣਾ ਪੱਖ ਰੱਖ ਕੇ ਜਾਂ ਆਪੋ ਆਪਣਾ ਲੈਕਚਰ ਨਹੀਂ ਦੇ ਕੇ ਗਏ, ਸਗੋਂ 4-5 ਨੁਕਤੇ ਆ ਜਿਨ੍ਹਾਂ ਦੇ ਉੱਤੇ ਸਾਡੀ ਸਾਂਝੀ ਰਾਏ ਬਣੀ ਆ, ਅਤੇ ਉਹ ਅਸੀਂ ਰਾਏ ਦਾ ਜਿਹੜਾ ਹੈਗਾ ਆ ਉਹ ਸੰਗਤਾਂ ਦੇ ਵਿੱਚ ਪ੍ਰਚਾਰ ਕਰਾਂਗੇ ਵੀ ਆਹ ਨੁਕਤੇ ਬਣਦੇ ਆ, ਜਿਸ ਆਧਾਰ ਦੇ ਉੱਤੇ ਮੰਗ ਆ ਹੋਣੀ ਚਾਹੀਦੀ। ਅਸਲ ਸੁਸਾਇਟੀ ਜਾਂ ਕਿਸਾਨਾਂ ਦੀ ਮੰਗ ਆ ਲੜਨ ਦੇ ਤਰੀਕੇ, ਜਾਂ ਕਿਸੇ ਨੇ ਇਕੱਠਾ ਹੋਣਾ ਨਹੀਂ ਹੋਣਾ, ਉਹ ਕਿਸ ਤਰੀਕੇ ਨਾਲ ਲੜਨਾ, ਉਹ ਜਾਂ ਕੋਈ ਵੱਖੋ ਵੱਖ ਲੜੀ ਜਾਣ, ਬਟ ਮੰਗ ਇੱਕੋ ਹੋਏ। ਇਸ ਕਰਕੇ ਅਸੀਂ ਅੱਜ ਇੱਥੇ ਕੁਝ ਨੁਕਤੇ ਆ ਜਿਨ੍ਹਾਂ 'ਤੇ ਅਸੀਂ ਬਣਾਈ ਇੱਕ ਰਾਏ ਬਣਾਈ ਹੈ। ਜਿਹੜੀ ਤੁਸੀਂ ਵਿਚਾਰ ਗੋਸ਼ਟੀ ਕੀਤੀ ਅੱਜ ਦੀ, ਇਹਦੇ ਵਿੱਚ ਕਾਂਗਰਸ, ਅਕਾਲੀ ਦਲ ਔਰ BJP ਇਹਨਾਂ ਨੂੰ ਲਾਂਭੇ ਕੀਤਾ ਕਿ ਇਹਨਾਂ ਦੇ ਵਿੱਚ ਕੋਈ ਉਹ ਇਹੋ ਜਿਹੇ ਨਹੀਂ ਸੀਗੇ ਜਿਹੜੇ ਤੁਹਾਡੇ ਹਿੱਤਾਂ ਦੇ ਲਈ ਖੜ੍ਹਦੇ ਹੋਣ?
ਨੇ ਇਹਦੇ ਵਿੱਚ ਇੱਕ ਬੁਨਿਆਦੀ ਨੁਕਤਾ ਸਿਰਫ ਇੰਨਾ ਹੀ ਸੀਗਾ, ਕਿਉਂਕਿ ਬਹੁਤ ਬਣਗੀ ਦੇ ਲੋਕ ਆਪਾਂ ਇਕੱਠੇ ਕੀਤੇ ਸੀਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਦਾ ਕੰਸਰਨ ਇਹ ਸੀਗਾ ਕਿ ਜਿਹੜੀਆਂ ਪੀੜਤ ਤੇ ਸੰਘਰਸ਼ ਵਾਲੀਆਂ ਧਿਰਾਂ ਆ, ਪਹਿਲੇ ਰਾਊਂਡ ਦੇ ਵਿੱਚ ਸਿਰਫ ਉਹਨਾਂ ਨੂੰ ਹੀ ਸੱਦਿਆ ਜਾਏ। ਦੂਜੇ ਰਾਊਂਡ ਦੇ ਵਿੱਚ ਸਾਡੀ ਇੱਛਾ ਹੈਗੀ ਹੈ ਇੱਕ ਹੋਰ ਗੋਸ਼ਟੀ ਰੱਖਣ ਦੀ, ਜਿਹਦੇ ਵਿੱਚ ਜਿਹੜੀਆਂ ਧਿਰਾਂ ਨੇ ਰਾਜ ਕੀਤਾ ਇੱਥੇ ਉਹਨਾਂ ਨੂੰ ਸੱਦੀਏ ਵੀ ਆਹ ਭਾਈ ਇੱਥੋਂ ਦੀ ਸਿਵਲ ਸੁਸਾਇਟੀ ਦੀ ਇੱਕ ਰਾਏ ਹੋਈ ਹੈ ਇਸ ਮੰਗਾਂ ਦੇ ਉੱਤੇ, ਤੇ ਤੁਹਾਡਾ ਇਹਦੇ ਉੱਤੇ ਕਿਆ ਪੱਖ ਹੈ। ਉਹ ਸਾਡੀ ਇੱਛਾ ਹੈ, ਉਹ ਅਸੀਂ ਸੈਕੰਡ ਸਟੇਜ ਤੇ ਇੱਛਾ ਰੱਖਦੇ ਸਦਨ ਨੂੰ। ਸਵਾਮੀ ਨਾਥਨ ਦੀ ਰਿਪੋਰਟ ਕਿਸਾਨ ਜਥੇਬੰਦੀਆਂ 10 ਸਾਲ 15 ਸਾਲ ਤੋਂ ਮੰਗ ਕਰ ਰਹੀਆਂ, ਕਿ ਇਹ ਨਹੀਂ ਲੱਗਦਾ ਕਿ ਸਵਾਮੀ ਨਾਥਨ ਰਿਪੋਰਟ ਦੇ ਲਗਭਗ ਹੂਬਹੂ ਮਿਲਦਾ ਜੁਲਦਾ ਇਹ ਆਰਡੀਨੈਂਸ ਹੈ? ਨਹੀਂ, ਜਿਹੜੇ ਐਕਟ ਇਹ ਤਿੰਨ ਹੈਗੇ ਨੇ, ਇਹਦੇ ਤਿੰਨਾਂ ਹੀ ਮਸਲਿਆਂ ਦੇ ਵਿੱਚ ਸਵਾਮੀਨਾਥਨ ਕਮੇਟੀ ਦੇ ਵਿੱਚ ਸਿਫਾਰਸ਼ਾਂ ਕੀਤੀਆਂ ਗਈਆਂ ਸੀਗੀਆਂ, ਇਹ ਗੱਲ ਸੱਚ ਹੈ। ਪਰ ਨਾਲ ਇਹਦਾ ਇੱਕ ਦੂਸਰਾ ਪੱਖ ਹੋਰ ਵੀ ਆ ਕਿ ਸਵਾਮੀਨਾਥਨ ਕਮੇਟੀ ਨੇ ਜਿਹੜੀਆਂ ਕਿਸਾਨ ਪੱਖੀ ਕੁਝ ਸਿਫਾਰਸ਼ਾਂ ਕੀਤੀਆਂ ਸੀਗੀਆਂ ਉਹ ਲਾਗੂ ਨਹੀਂ ਕੀਤੀਆਂ, ਜਿਹੜੀਆਂ ਕੁਝ ਕਾਰਪੋਰੇਟ ਪੱਖੀ ਸੀਗੀਆਂ ਉਹ ਲਾਗੂ ਕਰ ਦਿੱਤੀਆਂ। ਹੁਣ ਮਸਲਨ ਉਪਜ ਦਾ ਮੁੱਲ ਤੈਅ ਕਰਨ ਦਾ ਹੀ ਮਸਲਾ, ਉਹ ਸਵਾਮੀਨਾਥਨ ਕਮੇਟੀ ਨੇ ਕਿਹਾ ਸੀਗਾ ਕਿ ਉਹ MRP ਹੋਣਾ ਚਾਹੀਦਾ MSP ਦੀ ਬਜਾਏ, ਯਾਨੀ ਕਿ ਮਿਨੀਮਮ ਰੀਮਨਰੇਟਿਵ ਪ੍ਰਾਈਸ ਹੈ ਨਾ, ਜਿਹਦੇ ਵਿੱਚ ਉਹਨਾਂ ਨੇ ਖੇਤੀ ਨੂੰ ਉਪਜੀਵਕਾ ਦੀ ਬਜਾਏ ਇੱਕ ਕਮਰਸ਼ੀਅਲ ਹੋਂਦ ਦੇ ਤੌਰ ਦੇ ਉੱਤੇ ਕਿਹਾ ਵੀ ਉਹ ਕਮਰਸ਼ੀਅਲ ਰੂਪ ਦੇ ਵਿੱਚ ਇਹਨੂੰ ਮੰਨ ਕੇ ਇਹਦਾ ਰੇਟ ਤੈਅ ਹੋਣਾ ਚਾਹੀਦਾ। ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਪ੍ਰੋਵੀਜ਼ਨ ਕੀਤੀਆਂ ਸੀਗੀਆਂ, ਮਤਲਬ ਉਹਨਾਂ ਨੇ ਪ੍ਰਾਈਸ ਸਟੇਬਲਾਈਜ਼ਿੰਗ ਫੰਡ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਕਿਸਾਨ ਨੂੰ ਘਾਟਾ ਨਾ ਪਏ। ਤੋ ਜਿਹੜੇ ਕਿਸਾਨ ਦੇ ਘਾਟੇ ਦੇ ਨੁਕਤੇ ਸੀਗੇ ਉਹਨਾਂ ਦੇ ਲਈ ਕੋਈ ਕਾਨੂੰਨ ਨਹੀਂ ਲਿਆਂਦਾ ਗਿਆ, ਤੇ ਉਹ ਕਾਨੂੰਨ ਪਹਿਲਾਂ ਆਉਣੇ ਚਾਹੀਦੇ ਸੀਗੇ। ਉਸ ਤੋਂ ਬਾਅਦ ਜਿਹੜੇ ਮਾਰਕੀਟ ਰਿਫਾਰਮ ਕੀਤੇ ਗਏ ਆ ਫਿਰ ਸ਼ਾਇਦ ਲਾਹੇਵੰਦ ਵੀ ਹੋ ਜਾਂਦੇ। ਤੇ ਹੁਣ ਜਦੋਂ ਕਿਸਾਨਾਂ ਦੇ ਹਿੱਤ ਸੁਰੱਖਿਅਤ ਹੀ ਨਹੀਂ ਕੀਤੇ ਗਏ ਤੇ ਉਹਦੇ ਵਿੱਚ ਕਿਸਾਨ ਹੈ ਜਿਹੜਾ ਉਹ ਆਰਗੇਨਾਈਜ਼ ਨਹੀਂ ਹੈਗਾ ਉਹਨਾਂ ਜਿੰਨਾ ਕਾਰਪੋਰੇਟ ਸੈਕਟਰ ਆਰਗੇਨਾਈਜ਼ਡ ਹੁੰਦਾ। ਤੇ ਦੂਸਰੀ ਗੱਲ ਇੱਥੇ ਇੱਕ ਹੋਰ ਅਹਿਮ ਹੈਗੀ ਆ ਕਿ ਇੱਥੇ ਵੈਸਟਰਨ ਡੈਮੋਕ੍ਰੇਸੀ ਵਾਂਗੂ ਇੰਡੀਆ ਦੇ ਵਿੱਚ ਸਰਕਾਰ ਦੀ ਇਨਫੋਰਸਮੈਂਟ ਬਹੁਤੀ ਜ਼ਿਆਦਾ ਵਧੀਆ ਨਹੀਂ ਹੁੰਦੀ। ਤੇ ਉਹਦੇ ਲੱਗਦੇ ਇੱਥੇ ਸਾਨੂੰ ਇਹ ਲੱਗਦਾ ਵੀ ਇੱਥੇ ਜਿਹੜਾ ਫਾਇਦਾ ਆ ਉਹ ਅਲਟੀਮੇਟਲੀ ਉਹ ਕਾਰਪੋਰੇਟ ਵੱਲ ਨੂੰ ਟਿਲਟ ਕਰ ਜਾਣਾ। ਜਿਹੜੀਆਂ ਕਿਸਾਨ ਪੱਖੀ ਪ੍ਰੋਵੀਜ਼ਨ ਹੈਗੀਆਂ ਜੇ ਉਹ ਲਾਗੂ ਹੁੰਦੀਆਂ ਤਾਂ ਫਿਰ ਹਜੇ ਇਹ 'ਤੇ ਡਿਸਕਸ ਕੀਤਾ ਜਾ ਸਕਦਾ ਸੀਗਾ, ਤੇ ਹੁਣ ਤਾਂ ਇਹ ਬਿਲਕੁਲ ਕਾਰਪੋਰੇਟ ਪੱਖੀ ਚੀਜ਼ਾਂ ਹੀ ਨੇ। ਤੁਸੀਂ ਸਾਡੇ TV ਚੈਨਲ ਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਕੋਈ ਸੰਦੇਸ਼ ਦੇਣਾ ਚਾਹੁੰਦੇ? ਇਹ ਕਿਸਾਨ ਤਾਂ ਸਾਰੇ ਇਕੱਠੇ ਹੀ ਨੇ ਇਸ ਇਸ ਸਾਰੀ ਮੁਹਿੰਮ ਦੇ ਵਿੱਚ। ਸਾਡੀ ਇੱਥੇ ਵੀ ਇਹ ਕੋਸ਼ਿਸ਼ ਸੀਗੀ ਵੀ ਜੇ ਇਸ਼ੂ ਕਿਸਾਨੀ ਦਾ ਆ ਤੇ ਕਿਸਾਨ ਬੜੇ ਲੰਬੇ ਟਾਈਮ ਦੇ ਉੱਤੇ ਸਟਰਗਲ ਕਰ ਰਹੇ ਆ, ਉਹਨਾਂ ਦੇ ਸਹਿਯੋਗ ਲਈ ਬਾਕੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਉਹ ਅਸੀਂ ਅੱਜ ਵੀ ਇੱਥੇ ਵੀ ਸਾਰਿਆਂ ਨੂੰ ਇਹ ਮਤਾ ਵੀ ਇਹ ਹੋਇਆ ਕਿ ਕਿਸਾਨ ਯੂਨੀਅਨਾਂ ਇਹ ਫਾਈਟ ਨੂੰ ਲੀਡ ਕਰ ਰਹੀਆਂ, ਉਹਨਾਂ ਨੇ ਆਪਸ 'ਚ ਏਕਤਾ ਬਣਾ ਕੇ ਰੱਖਣੀ ਹੈ, ਇਹ ਉਹਨਾਂ ਦਾ ਕੰਸਰਨ ਹੈ। ਬਾਕੀ ਸਾਰੀ ਸੁਸਾਇਟੀ ਨੂੰ ਉਹਨਾਂ ਦੇ ਇਸ ਸਟਰਗਲ ਦੇ ਵਿੱਚ ਉਹਨਾਂ ਦੇ ਸਹਿਯੋਗੀ ਦੇ ਤੌਰ ਤੇ ਇਕਮੁੱਠ ਹੋਣਾ ਚਾਹੀਦਾ। ਲੜਾਈ ਇੱਕ ਪਲੇਟਫਾਰਮ ਤੇ ਲੜੀ ਜਾ ਰਹੀ ਹੈ ਕਿਸਾਨ ਦੇ ਹਿੱਤ ਦੇ ਲਈ, ਲੇਕਿਨ ਇਹਦੇ ਰਸਤੇ ਅਲੱਗ-ਅਲੱਗ ਆ। BJP ਆਪਣਾ ਕਿਸਾਨ ਲੈ ਕੇ ਬੈਠੀ ਆ, ਕਾਂਗਰਸ ਆਪਣਾ ਕਿਸਾਨ ਲੈ ਕੇ ਬੈਠੀ ਆ, ਅਕਾਲੀ ਦਲ ਆਪਣਾ ਕਿਸਾਨ ਲੈ ਕੇ ਬੈਠਾ, ਆਪ ਆਪਣਾ ਕਿਸਾਨ ਲੈ ਕੇ ਬੈਠਾ। ਕਿਸਾਨ ਜਥੇਬੰਦੀਆਂ ਜਿਹੜੀਆਂ 31 ਮੈਂ ਬਾਰ-ਬਾਰ ਉਹ ਗੱਲ ਕਰਦਾ, ਉਹ ਆਪਣਾ ਕਿਸਾਨ ਆਪ ਲੈ ਕੇ ਬੈਠੀਆਂ। ਕਿਉਂ ਨਹੀਂ ਇੱਕ ਝੰਡੇ ਥੱਲੇ ਇੱਕ ਮਾਰਗ ਦੇ ਉੱਤੇ ਚੱਲਦੀਆਂ? ਨਹੀਂ, ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕਿਸਾਨ ਯੂਨੀਅਨਾਂ ਜੇ 71 ਨੇ ਤਾਂ ਬਾਕੀ ਜਿਹੜੀ ਵੀ ਵੰਨਗੀ ਹੈਗੀ ਆ ਫਸਟ ਫੇਜ਼ ਤੇ ਉਹਨਾਂ ਦਾ ਫਰਜ਼ ਇਹ ਬਣਦਾ ਕਿ ਉਹ ਉਹਨਾਂ ਦੇ ਸਹਿਯੋਗ ਕਰਨ। ਜੇ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਕੋਈ ਸਮਝੌਤਾ ਕਰਦੀਆਂ ਜਾਂ ਦਬਾਅ ਦੇ ਵਿੱਚ ਆ ਕੇ ਐਜੀਟੇਸ਼ਨ ਛੱਡ ਦਿੰਦੀਆਂ, ਫਿਰ ਬਾਕੀ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਚਾਹੇ ਉਹ ਪੋਲੀਟੀਕਲ ਹੈ ਚਾਹੇ ਉਹ ਜਿਸ ਤਰ੍ਹਾਂ ਜਿਸ ਵੰਨਗੀ ਦੀਆਂ ਵੀ ਹੈਗੀਆਂ, ਫਿਰ ਉਹਨਾਂ ਦਾ ਰਾਈਟ ਬਣਦਾ ਕਿ ਉਹ ਇਹਦੇ 'ਚ ਲੀਡ ਲੈਣ। ਅਨਟਿਲ ਅਨਲੈਸ ਕਿਸਾਨ ਯੂਨੀਅਨਾਂ ਇਸ ਸਟਰਗਲ ਦੇ ਵਿੱਚ ਹੈਗੀਆਂ ਉਹਨਾਂ ਟਾਈਮ ਬਾਕੀ ਸਾਰਿਆਂ ਦਾ ਸਹਿਯੋਗ ਨੈਤਿਕ ਤੌਰ 'ਤੇ ਫਰਜ਼ ਸਹਿਯੋਗ ਦਾ ਹੀ ਬਣਦਾ। ਇਹ ਗੱਲ ਵੱਖਰੀ ਆ ਕਿ ਜਿਸ ਤਰ੍ਹਾਂ ਅਸੀਂ ਇੱਥੇ ਕਿ ਸਾਰੇ ਕਿਸਾਨਾਂ ਦੀ ਸਾਂਝੀ ਮੰਗ ਕਿੱਦਾਂ ਹੋਏ ਉਹ ਉਸਾਰਨ ਦੇ ਲਈ ਡਿਬੇਟ ਕਰਨ ਦਾ ਕੋਈ ਪ੍ਰੋਗਰਾਮ ਰੱਖਣ ਦਾ ਉਹ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਕਿਸਾਨ ਸਾਰੇ ਇਕੱਲੇ ਕਿਸਾਨ ਯੂਨੀਅਨਾਂ ਨਾਲ ਵੀ ਐਫੀਲੀਏਟ ਨਹੀਂ ਹੈ। ਮਤਲਬ ਹੁਣ ਇੱਥੇ ਜਿੰਨੇ ਵੀ ਬੰਦਿਆਂ ਨੇ ਸ਼ਿਰਕਤ ਕੀਤੀ ਉਹ ਸਾਰੇ ਸਿੱਧੇ ਰੂਪ 'ਚ ਕਿਸਾਨੀ ਨਾਲ ਸੰਬੰਧਿਤ ਸੀਗੇ, ਬਟ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਨਹੀਂ ਸੀਗੇ। ਇਸ ਕਰਕੇ ਅਸੀਂ ਉਹ ਸਾਰੇ ਕਿਸਾਨਾਂ ਨੂੰ ਵੀ ਸੱਦਿਆ ਜਿਨ੍ਹਾਂ ਦੇ ਕੰਸਰਨ ਕਿਸਾਨੀ ਨਾਲ ਸੰਬੰਧਿਤ ਹੈ, ਤੇ ਉਹ ਆਪਣੀ ਖੁੱਲ੍ਹ ਕੇ ਗੱਲ ਰੱਖਣ, ਜਿਹਦੇ ਆਧਾਰ 'ਤੇ ਕਿਸਾਨ ਯੂਨੀਅਨਾਂ ਨੂੰ ਵੀ ਇਹ ਪਾਲਿਸੀ ਤੈਅ ਕਰਨੀ ਸੌਖੀ ਹੋ ਜਾਵੇ ਵੀ ਐਕਚੁਅਲੀ ਕਿਸਾਨ ਨੇ ਕਿਸ ਗੱਲ 'ਤੇ ਸੈਟੀਸਫਾਈ ਹੋਣਾ। ਬਹੁਤ-ਬਹੁਤ ਧੰਨਵਾਦ ਮਨਤੀਰ ਸਿੰਘ ਗੜੀ ਸਾਹਿਬ ਦਾ, ਜਿਨ੍ਹਾਂ ਨੇ ਅੱਜ ਦੀ ਵਿਚਾਰ ਗੋਸ਼ਟੀ ਚਰਨ ਕਮਲ ਗੁਰਦੁਆਰਾ ਦੇ ਹਾਲ ਦੇ ਵਿੱਚ ਰੱਖੀ ਸੀ, ਔਰ ਇਹਨਾਂ ਨੇ ਆਸ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਨੂੰ ਇੱਕ ਵੱਡੇ ਪੱਧਰ ਤੇ ਹਰ ਇੱਕ ਦਾ ਪੱਖ ਜਾਣਨ ਦੇ ਲਈ ਜ਼ਰੂਰ ਵਿਚਾਰ ਗੋਸ਼ਟੀ ਕਰਾਂਗੇ, ਹਰ ਇੱਕ ਦਾ ਵਿਚਾਰ ਤੇ ਸੁਝਾਅ ਜ਼ਰੂਰ ਲਵਾਂਗੇ। ਧੰਨਵਾਦ। ਤੁਸੀਂ ਦੇਖਦੇ ਰਹੋ NKN TV, ਕੈਮਰਾਮੈਨ ਅਰਮਾਨ ਬੁਰਜ ਦੇ ਨਾਲ।